हेलो एवरीवन वेलकम टू विक्टर्स नॉलेज। सो ਅੱਜ ਮੈਂ ਤੁਹਾਡੇ ਨਾਲ ਜਿਹੜੇ ਮੈਂ ਦੋ ਕੋਰਸ ਸਟਾਰਟ ਕੀਤੇ ਹੋਏ ਨੇ, ਇੱਕ PSSB ਕਲਰਕ ਦਾ, ਦੂਜਾ ਐਕਸਾਈਜ਼ ਇੰਸਪੈਕਟਰ ਦਾ। ਦੋਨਾਂ ਦੇ ਵਿੱਚ ਮੈਂ ਮਾਡਰਨ ਇੰਡੀਆ ਹਿਸਟਰੀ ਦੇ ਜਿਹੜੇ ਲੈਕਚਰ ਲੈਣ ਜਾ ਰਹੀ ਹਾਂ ਉਹਨਾਂ ਦਾ ਇੱਕ ਡੈਮੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਉਹ ਲੈਕਚਰ ਦੇ ਵਿੱਚੋਂ ਮੈਂ ਕੁਝ ਇੰਪੋਰਟੈਂਟ ਸਲਾਈਡਸ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਇਸ ਡੈਮੋ ਲੈਕਚਰ ਦੀ ਫਾਰਮ ਵਿੱਚ। ਜਿਹੜਾ ਇਹ ਮਾਡਰਨ ਇੰਡੀਆ ਹਿਸਟਰੀ ਹੈ ਜਾਂ ਫਿਰ ਪੰਜਾਬ ਜੀਕੇ ਹੈ, ਇਹ ਦੋ ਸਬਜੈਕਟਸ ਮੈਂ ਇੰਨੀ ਜ਼ਿਆਦਾ ਡੀਟੇਲ ਵਿੱਚ ਕਰਵਾ ਰਹੀ ਹਾਂ ਸੋ ਦੈਟ ਤੁਸੀਂ ਹਰ ਐਗਜ਼ਾਮ ਦੇ ਲਈ ਪ੍ਰੈਪਰੇਸ਼ਨ ਪੂਰੀ ਸਟਰੋਂਗਲੀ ਕਰ ਸਕੋ। ਕੋਈ ਵੀ ਮੈਂ ਫੈਕਟ ਛੱਡ ਨਹੀਂ ਰਹੀ, ਚਾਹੇ ਨੋਟਸ ਨੇ ਚਾਹੇ ਵੀਡੀਓ ਲੈਕਚਰ ਨੇ। ਆਧੁਨਿਕ ਭਾਰਤ ਦਾ ਇਤਿਹਾਸ ਇਹ ਟੌਪਿਕ ਹਰ ਪੇਪਰ ਦੇ ਵਿੱਚ ਮੇਨ ਹੁੰਦਾ, ਇਹਦੇ ਚੋਂ ਆਪਾਂ 6 ਤੋਂ 7 ਕੁਐਸਚਨ ਐਕਸਪੈਕਟ ਕਰ ਸਕਦੇ ਹਾਂ। ਸੋ ਇਸੇ ਲਈ ਇਹ ਟੌਪਿਕ ਆਪਣਾ ਡੀਪਲੀ ਡੀਟੇਲਸ ਕਰਨਾ ਬਹੁਤ ਜ਼ਰੂਰੀ ਹੈ। ਤੇ ਚਾਹੇ ਕੋਈ ਐਕਸਾਈਜ਼ ਟੈਕਸੇਸ਼ਨ ਦਾ ਪੇਪਰ ਹੈ, PSSB ਕਲਰਕ, ਗ੍ਰਾਮ ਸੇਵਕ, ਕੋਆਪਰੇਟਿਵ ਇੰਸਪੈਕਟਰ, ਸਬ ਇੰਸਪੈਕਟਰ ਜਾਂ ਕੋਈ ਵੀ ਹੋਰ PCS ਈਵਨ ਐਗਜ਼ੀਕਿਊਟਿਵ ਦਾ ਵੀ ਪੇਪਰ ਹੈ, ਹਰ ਐਗਜ਼ਾਮ ਦੇ ਲਈ ਤੁਹਾਨੂੰ ਜਿਹੜੇ ਦੋ ਸਬਜੈਕਟਸ ਨੇ ਇਹਨਾਂ ਕੋਰਸਿਸ ਦੇ ਵਿੱਚ ਮੈਂ ਕਰਵਾ ਰਹੀ ਹਾਂ, ਪੰਜਾਬ ਜੀਕੇ ਤੇ ਮਾਡਰਨ ਇੰਡੀਆ ਹਿਸਟਰੀ, ਇਹ ਦੋਨੋਂ ਪੂਰੀ ਡੀਟੇਲ ਦੇ ਵਿੱਚ ਤੁਹਾਡੀ ਤਿਆਰੀ ਕਰਵਾ ਦੇਣਗੇ। ਸੋ ਅੱਜ ਇਸ ਡੈਮੋ ਲੈਕਚਰ ਦੇ ਵਿੱਚ ਮੈਂ ਲੇਟਰ ਮੁਗਲਸ ਵਾਲੇ ਪਾਰਟ ਦੇ ਵਿੱਚੋਂ ਕੁਝ ਇੰਪੋਰਟੈਂਟ ਟੌਪਿਕਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸੋ ਨਾਓ ਲੈਟਸ ਗੈਟ ਸਟਾਰਟਡ। ਰਾਜਨੀਤਿਕ ਸਥਿਤੀ ਕੀ ਸੀ? ਸੋ ਉਸੇ ਪੋਲੀਟੀਕਲ ਕੰਡੀਸ਼ਨ ਤੋਂ ਆਪਾਂ ਅੱਜ ਦਾ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ। ਜਦੋਂ 1707 ਵਿੱਚ ਮੁਗਲ ਐਮਪਰਰ ਔਰੰਗਜ਼ੇਬ ਦੀ ਡੈਥ ਹੋ ਗਈ, ਮੌਤ ਹੋ ਗਈ, ਉਸ ਤੋਂ ਬਾਅਦ ਮੁਗਲ ਐਮਪਾਇਰ ਦਾ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਨਾਸ਼ ਹੋਣਾ ਸ਼ੁਰੂ ਹੋ ਗਿਆ। ਟੁੱਟ ਚੁੱਕਿਆ ਸੀ ਮੁਗਲ ਐਮਪਾਇਰ, ਡਿਸਇੰਟੀਗ੍ਰੇਸ਼ਨ ਦੀ ਸ਼ੁਰੂਆਤ ਹੋ ਗਈ। ਔਰੰਗਜ਼ੇਬ ਦੇ ਕਾਫੀ ਸਾਰੇ ਸਨ ਸੀ ਜਿਨ੍ਹਾਂ ਨੇ ਲੜਾਈ ਲੜੀ ਗੱਦੀ ਨੂੰ ਸੰਭਾਲਣ ਲਈ, ਪਰ ਉਹਨਾਂ ਵਿੱਚੋਂ ਜੇਤੂ ਰਹੇ ਬਹਾਦਰ ਸ਼ਾਹ। ਸੋ ਔਰੰਗਜ਼ੇਬ ਤੋਂ ਬਾਅਦ ਜਿਹੜੇ ਮੁਗਲ ਰੂਲਰ ਆਏ ਉਹ ਸੀ ਬਹਾਦਰ ਸ਼ਾਹ। ਬਹਾਦਰ ਸ਼ਾਹ ਇੱਕ ਵਧੀਆ ਰੂਲਰ ਸੀ। ਉਹਨਾਂ ਨੇ ਰਾਜਪੂਤ ਦੇ ਉੱਤੇ ਕੰਟਰੋਲ ਹਾਸਿਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਕੀ ਕੀਤਾ, ਜੈ ਸਿੰਘ ਨੂੰ ਜਿਹੜੇ ਇੱਕ ਰਾਜਪੂਤ ਰੂਲਰ ਸੀ ਰਿਪਲੇਸ ਕੀਤਾ ਉਹਨਾਂ ਦੇ ਛੋਟੇ ਬ੍ਰਦਰ ਦੇ ਨਾਲ, ਵਿਜੇ ਸਿੰਘ ਅੰਬੇਰ ਵਿੱਚ। ਨਾਲ ਹੀ ਜਿਹੜੇ ਅਜੀਤ ਸਿੰਘ ਸੀ, ਰਾਜਾ ਅਜੀਤ ਸਿੰਘ ਮਰਵਾੜ ਦੇ, ਉਹਨਾਂ ਨੂੰ ਜ਼ੋਰ ਜ਼ਬਰਦਸਤੀ ਕਰਕੇ ਕਿਹਾ ਕਿ ਤੁਸੀਂ ਮੁਗਲ ਅਥਾਰਟੀ ਦੇ ਅੱਗੇ ਆਪਣੇ ਘੁਟਨੇ ਟੇਕੋ, ਮੁਗਲ ਅਥਾਰਟੀ ਦੇ ਅੱਗੇ ਆਪਣੇ ਆਪ ਨੂੰ ਸਬਮਿਟ ਕਰੋ। Policy toward Maratha Sardar was halt half-hearted conciliation as Bahadur Shah granted Sardeshmukhi of the Deccan but did not grant Chauth to them। ਮਰਾਠਾ ਸਰਦਾਰ ਸੀ ਜਿਹੜੇ, ਉਹਨਾਂ ਦੇ ਲਈ ਜਿਹੜੀ ਬਹਾਦਰ ਸ਼ਾਹ ਦੀ ਪਾਲਿਸੀ ਸੀ ਉਹ ਜ਼ਿਆਦਾ ਵਧੀਆ ਨਹੀਂ ਸੀ। ਡੈਕਨ ਦੀ ਸਰਦੇਸ਼ਮੁਖੀ ਉੱਥੋਂ ਦਾ ਕੰਟਰੋਲ ਤਾਂ ਦੇਤਾ ਸੀ ਪਰ ਨਾਲ ਚੌਥ ਨਹੀਂ ਦਿੱਤੀ। ਸਰਦੇਸ਼ਮੁਖੀ ਤੇ ਚੌਥ, ਇਹ ਸ਼ਾਇਦ ਤੁਹਾਨੂੰ ਵਰਡਸ ਨਵੇਂ ਲੱਗ ਰਹੇ ਹੋਣ, ਇਹਨਾਂ ਦਾ ਮਤਲਬ ਨਾ ਸਮਝ ਆਵੇ, ਸੋ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਾ ਮਤਲਬ ਵੀ ਦੱਸ ਦਿੰਦੀ ਹਾਂ। ਚੌਥ ਹੁੰਦਾ ਸਾਲਾਨਾ ਟੈਕਸ, ਜੇ ਹਿਸਟਰੀ ਦੀ ਗੱਲ ਕਰੀਏ ਤਾਂ ਐਨੂਅਲ ਟੈਕਸ। ਇਹਨੂੰ ਜਿਹੜੀ ਰੈਵਨਿਊ ਸੀ ਪ੍ਰੋਡਿਊਸ ਹੁੰਦੀ ਸੀ ਉਹਦੇ ਉੱਤੇ ਲਗਭਗ 25% ਨੂੰ ਐਸ ਚੌਥ ਐਨੂਅਲ ਟੈਕਸ ਲਗਾਇਆ ਜਾਂਦਾ ਸੀ, ਇਸ ਲਈ ਇਹਦਾ ਨਾਮ ਪਿਆ ਸੀ ਚੌਥ, ਮਤਲਬ ਚੌਥਾ ਹਿੱਸਾ। ਸੋ 100% ਦਾ ਚੌਥਾ ਹਿੱਸਾ ਹੋ ਗਿਆ 25%। ਸੋ ਚੌਥਾ ਹਿੱਸਾ ਕਿਸੇ ਵੀ ਜਿੰਨਾ ਟੋਟਲ ਪੈਸਾ ਆਇਆ ਫਸਲ ਨੂੰ ਵੇਚ ਕੇ ਪੂਰੇ ਸਾਲ ਦੇ ਅੰਦਰ, ਸੋ ਉਹ ਪੈਸੇ ਦਾ ਚੌਥਾ ਹਿੱਸਾ ਐਨੂਅਲ ਟੈਕਸ ਚੌਥ ਦੇ ਤੌਰ ਤੇ ਰਾਜੇ ਲੈਂਦੇ ਸੀ। ਤੇ ਇਹ ਮੁਗਲ ਰੂਲਰ ਦੇ ਟਾਈਮ ਜਿਹੜਾ ਰੂਲ ਸੀ ਉਹਦੀ ਆਪਾਂ ਗੱਲ ਕਰਦੇ ਹਾਂ। ਸਰਦੇਸ਼ਮੁਖੀ ਸੀ ਇਸ 25% ਦੇ ਉੱਤੇ ਐਡੀਸ਼ਨਲ 10%, ਸੋ ਐਡੀਸ਼ਨਲ 10% ਜਿਹੜੀ ਰਾਜੇ ਨੂੰ ਐਸ ਟ੍ਰਾਈਬਿਊਟ ਪੇ ਕੀਤੀ ਜਾਂਦੀ ਸੀ। 25% ਤਾਂ ਪੂਰੇ ਦੇ ਪੂਰੇ ਸਾਰੀ ਐਡਮਿਨਿਸਟ੍ਰੇਸ਼ਨ ਦੇ ਲਈ ਲਿਆ ਜਾਂਦਾ ਸੀ ਪੈਸਾ, ਪਰ ਅਲੱਗ ਤੋਂ 10% ਕੱਲੇ ਰਾਜੇ ਕੋਲ ਜਾਂਦਾ ਸੀ। ਸੋ ਹੁਣ ਉਰੇ ਕੀ ਸੀ, ਸਿਰਫ 10% ਵਾਲਾ ਜਿਹੜਾ ਅਲੱਗ ਵਾਲਾ ਜਿੰਨਾ ਪੈਸਾ ਬਣਦਾ ਸੀ ਉਹ ਤਾਂ ਡੈਕਨ ਦਾ ਬਹਾਦਰ ਸ਼ਾਹ ਨੇ ਕਹਿਤਾ ਕਿ ਚਲੋ ਮਰਾਠਾ ਸਰਦਾਰ ਨੂੰ ਦੇ ਦੂੰ, ਪਰ ਪੂਰੀ ਦੀ ਪੂਰੀ ਜਿਹੜੀ ਚੌਥ ਸੀ ਉਹਦੇ ਵਿੱਚੋਂ ਕੋਈ ਹਿੱਸਾ ਨਹੀਂ ਦਿੱਤਾ। ਸੋ ਇਹਦੇ ਕਾਰਨ ਕਰਕੇ ਮਰਾਠਾ ਚੀਫ ਵੀ ਡਿਸਸੈਟੀਸਫਾਈ ਸੀ, ਨਾ ਖੁਸ਼ ਸੀ ਬਹਾਦਰ ਸ਼ਾਹ ਤੋਂ, ਐਂਡ ਡੈਕਨ ਵਾਜ਼ ਇਨ ਡਿਸਆਰਡਰ। ਜੇ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ ਬਹਾਦਰ ਸ਼ਾਹ ਨੇ ਸਿੱਖਾਂ ਦੇ ਨਾਲ ਸ਼ਾਂਤੀ ਬਣਾਈ ਰੱਖੀ। ਗੁਰੂ ਗੋਬਿੰਦ ਸਿੰਘ ਜੀ ਨੂੰ 10ਵੇਂ ਗੁਰੂ ਨੂੰ ਹਾਈ ਮਨਸਬ, ਮਨਸਬ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਹਦਾ ਮਤਲਬ ਹੁੰਦਾ ਰੈਂਕ ਪੋਜੀਸ਼ਨ। ਸੋ ਇੱਕ ਵਧੀਆ ਹਾਈ ਰੈਂਕ ਪੋਜੀਸ਼ਨ ਦਿੱਤੀ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਤੋਂ ਬਾਅਦ ਸਿੱਖਾਂ ਨੇ ਬਹਾਦਰ ਸ਼ਾਹ ਦੇ ਅਗੇਂਸਟ ਰਿਵੋਲਟ, ਵਿਦਰੋਹ ਸ਼ੁਰੂ ਕਰਤਾ ਬੰਦਾ ਬਹਾਦਰ ਦੇ ਅੰਡਰ, ਪਰ ਰਿਵੋਲਟ ਨੂੰ ਦਬਾ ਦਿੱਤਾ ਗਿਆ ਟੂ ਅ ਮਿਨੀਮਮ ਬਾਈ ਬਹਾਦਰ ਸ਼ਾਹ ਹਿਮਸੈਲਫ, ਜਿਨੇ ਇਸ ਲੜਾਈ ਤੋਂ ਬਾਅਦ ਫੋਰਟ ਲੋਹਗੜ੍ਹ ਨੂੰ ਕੈਪਚਰ ਕਰ ਲਿਆ ਸੀ ਐਟ ਦ ਫੁੱਟ ਹਿਲਸ ਆਫ ਹਿਮਾਲਿਆ ਫॉर ਅ ਬਰੀਫ ਪੀਰੀਅਡ।
ਬੁੰਦੇਲਾ ਜੀ ਰਾਜਾ ਛਤਰਸਲ ਦੇ ਨਾਲ ਵੀ ਬਹਾਦਰ ਸ਼ਾਹ ਦਾ ਰਿਸ਼ਤਾ ਵਧੀਆ ਸੀ, ਪੀਸਫੁਲ ਸੀ। ਉਸ ਤੋਂ ਬਾਅਦ ਇਹੀ ਕਾਰਨ ਸੀ ਕਿ ਬੁੰਦੇਲਾ ਚੀਫ ਦੇ ਨਾਲ ਜਿਹੜਾ ਰਿਸ਼ਤਾ ਪੀਸਫੁਲ ਸੀ, ਇੱਕ ਜਾਟ ਚੀਫ ਚੁਰਾਮਨ ਸੀ, ਉਹਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਸੀ ਉਹਨਾਂ ਦੇ ਨਾਲ ਜਦੋਂ ਬੰਦਾ ਬਹਾਦਰ ਦੇ ਅਗੇਂਸਟ ਲੜਾਈ ਲੱਗੀ ਸੀ, ਉਸ ਕੈਂਪੇਨ ਵਿੱਚ ਸਾਥ ਦਿੱਤਾ। ਬਹਾਦਰ ਸ਼ਾਹ was about to settle the empire from disarray। ਬਹਾਦਰ ਸ਼ਾਹ ਨੇ ਜਿਹੜਾ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਬਿਲਕੁਲ ਤਬਾਹ ਹੋ ਚੁੱਕਿਆ ਸੀ ਸਾਰਾ ਐਮਪਾਇਰ, ਉਹਨੂੰ ਦੁਬਾਰਾ ਤੋਂ ਖੜਾ ਕਰਨ ਦੀ ਕਾਫੀ ਵਧੀਆ ਕੋਸ਼ਿਸ਼ ਕੀਤੀ, ਪਰ 1712 ਵਿੱਚ ਇੱਕੋ ਦਮ ਅਨਫੋਰਚੂਨੇਟ ਡੈਥ ਹੋ ਗਈ ਬਹਾਦਰ ਸ਼ਾਹ ਦੀ, ਜਿਸ ਤੋਂ ਬਾਅਦ ਦੁਬਾਰਾ ਜਿਹੜਾ ਪੂਰਾ ਦਾ ਪੂਰਾ ਐਮਪਾਇਰ ਸੀ ਇੱਕ ਸਿਵਲ ਵਾਰ ਦੇ ਵਿੱਚ ਆ ਗਿਆ। ਜਹੰਦਰ ਸ਼ਾਹ ਨੇ ਬਹਾਦਰ ਸ਼ਾਹ ਤੋਂ ਬਾਅਦ ਗੱਦੀ ਸੰਭਾਲੀ ਤੇ ਇਹਦੇ ਵਿੱਚ ਸਪੋਰਟ ਕੀਤੀ ਸੀ ਜਹੰਦਰ ਸ਼ਾਹ ਦੀ ਪਾਵਰਫੁਲ ਨੋਬਲ ਜ਼ੁਲਫੀਕਾਰ ਖਾਨ ਨੇ। ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਹੀ ਰਿਵਰਸ ਦ ਪਾਲਿਸੀਜ਼ ਆਫ ਔਰੰਗਜ਼ੇਬ, ਜਿਵੇਂ ਜਿਜ਼ੀਆ ਟੈਕਸ ਨੂੰ ਅਬੋਲਿਸ਼ ਕਰਤਾ। ਜਿਜ਼ੀਆ ਟੈਕਸ ਕੀ ਸੀ? ਔਰੰਗਜ਼ੇਬ ਦੇ ਰੂਲ ਦੇ ਅੰਡਰ ਨॉन ਮੁਸਲਿਮਸ ਉੱਤੇ ਲਗਾਇਆ ਜਾਂਦਾ ਸੀ, ਸਪੈਸੀਫਿਕਲੀ ਹਿੰਦੂਜ਼ ਉੱਤੇ, ਸੋ ਇਹਨੂੰ ਖਤਮ ਕਰਤਾ। ਜੈ ਸਿੰਘ ਆਫ ਅੰਬੇਰ ਨੂੰ ਇੱਕ ਵਧੀਆ ਟਾਈਟਲ ਦਿੱਤਾ ਮਿਰਜ਼ਾ ਰਾਜਾ ਸਵਾਈ ਦਾ, ਤੇ ਨਾਲ ਹੀ ਮਾਲਵਾ ਰੀਜਨ ਦਾ ਉਹਨਾਂ ਨੂੰ ਗਵਰਨਰ ਅਪਾਇੰਟ ਕੀਤਾ। ਦਿਸ ਇਜ਼ ਅਗੇਨ ਵੈਰੀ ਵੈਰੀ ਇੰਪੋਰਟੈਂਟ। ਬਾਰ-ਬਾਰ ਇਹ ਕੁਐਸਚਨ ਪੇਪਰ ਚ ਆਉਂਦਾ ਕਿ ਜੈ ਸਿੰਘ ਆਫ ਅੰਬੇਰ ਨੂੰ ਮਿਰਜ਼ਾ ਰਾਜਾ ਸਵਾਈ ਦਾ ਟਾਈਟਲ ਕਿਹਨੇ ਦਿੱਤਾ? ਸੋ ਉਹ ਸੀ ਮੁਗਲ ਰੂਲਰ ਜਹੰਦਰ ਸ਼ਾਹ। ਜ਼ੁਲਫੀਕਾਰ ਖਾਨ ਨੇ ਵੀ, ਜੋ ਜਹੰਦਰ ਸ਼ਾਹ ਦੇ ਇੱਕ ਪਾਵਰਫੁਲ ਨੋਬਲ ਸੀ, ਚੁਰਾਮਨ ਤੇ ਛਤਰਸਲ ਆਫ ਬੁੰਡੇਲਾ ਦੇ ਨਾਲ ਵਧੀਆ ਪੀਸਫੁਲ ਰਿਸ਼ਤਾ ਬਣਾਏ ਰੱਖਿਆ, ਨਾਲ ਹੀ ਐਨਕਰੇਜ ਕੀਤਾ ਰੈਵਨਿਊ ਫਾਰਮਿੰਗ ਦੀ ਪ੍ਰੈਕਟਿਸ ਨੂੰ ਇਜ਼ਾਰਾ। 1713 ਵਿੱਚ ਫਾਰੂਕ ਸਿਆਰ ਨੇ ਜਹੰਦਰ ਸ਼ਾਹ ਨੂੰ ਹਰਾ ਕੇ ਮੁਗਲ ਰੂਲ ਦੀ ਗੱਦੀ ਨੂੰ ਸੰਭਾਲਿਆ। ਸੋ ਇਹ ਵੀ ਇੰਪੋਰਟੈਂਟ ਹੈ ਕਿ ਫਾਰੂਕ ਸਿਆਰ ਮੁਗਲ ਰੂਲਰ ਕਿਹੜੇ ਸਾਲ ਵਿੱਚ ਬਣੇ, ਇਹ ਈਅਰ ਵੀ ਇੱਕ ਦੋ ਪੇਪਰ ਚ ਪੁੱਛਿਆ ਗਿਆ ਹੈ। ਸੋ 1713 ਤੁਸੀਂ ਯਾਦ ਰੱਖਣਾ। ਫਾਰੂਕ ਸਿਆਰ ਨਾਲ ਰਿਲੇਟਡ ਇੱਕ ਹੋਰ ਬਹੁਤ ਇੰਪੋਰਟੈਂਟ ਆਪਾਂ ਨੂੰ ਪੇਪਰ ਚ ਕੁਐਸਚਨ ਦੇਖਣ ਨੂੰ ਮਿਲਦਾ, ਕਿਹੜੇ ਮੁਗਲ ਐਮਪਰਰ ਸੀ ਜਿਨ੍ਹਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੇ ਵਿੱਚ ਕਾਰੋਬਾਰ ਕਰਨ ਦੇ ਲਈ, ਟ੍ਰੇਡ ਕਰਨ ਦੇ ਲਈ ਪਰਮਿਸ਼ਨ ਦਿੱਤੀ ਸੀ? ਸੋ ਉਹ ਸੀ ਫਾਰੂਕ ਸਿਆਰ। ਫਾਰੂਕ ਸਿਆਰ ਮੁਗਲ ਐਮਪਰਰ ਜਿਨ੍ਹਾਂ ਦਾ 1713 ਤੋਂ ਲੈ ਕੇ 1719 ਤੱਕ ਇਹਨਾਂ ਨੇ ਰੂਲ ਕੀਤਾ। 1717 ਵਿੱਚ ਇਹਨਾਂ ਨੇ ਇੱਕ ਫਰਮਾਨ ਜਾਰੀ ਕਰਤਾ ਜਿਹਦੇ ਅੰਦਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਕੰਸੈਸ਼ਨਸ ਦਿੱਤੇ, ਐਗਜ਼ੰਪਸ਼ਨ ਦਿੱਤੀ ਕਸਟਮ ਡਿਊਟੀ ਤੋਂ, ਤੇ ਨਾਲ ਹੀ ਦਸਤਕ ਇਸ਼ੂ ਕਰਨ ਦਾ ਵੀ ਹੱਕ ਦੇਤਾ ਤਾਂ ਕਿ ਉਹ ਬੰਗਾਲ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਸੋ ਇਹ ਇੰਪੋਰਟੈਂਟ ਪੁਆਇੰਟ ਵੀ ਤੁਸੀਂ ਪੇਪਰ ਲਈ ਯਾਦ ਰੱਖਣਾ ਹੈ। ਫਿਰ ਆਉਂਦੇ ਨੇ ਸੈਯਦ ਬ੍ਰਦਰਸ, ਅਬਦੁੱਲਾ ਖਾਨ ਜੋ ਵਜ਼ੀਰ ਸੀ, ਹੁਸੈਨ ਅਲੀ ਖਾਨ ਬਰਬੋ ਜੋ ਮੀਰ ਬਖਸ਼ੀ ਸੀ। ਇਹਨਾਂ ਨੂੰ ਕਿੰਗ ਮੇਕਰ ਕਿਹਾ ਜਾਂਦਾ ਹੈ ਕਿਉਂਕਿ ਫਾਰੂਕ ਸਿਆਰ ਨੂੰ ਗੱਦੀ ਤੇ ਬੈਠਣ ਦੇ ਲਈ ਇਹਨਾਂ ਦੋਨਾਂ ਦੀ ਬਹੁਤ ਵੱਡੀ ਮਦਦ ਮਿਲੀ ਸੀ। ਸੋ ਇਹਨਾਂ ਦਾ ਹੀ ਪੂਰਾ ਦਿਮਾਗ ਸੀ, ਪਲੈਨਿੰਗ ਸੀ ਕਿ ਫਾਰੂਕ ਸਿਆਰ ਨੂੰ ਗੱਦੀ ਉੱਤੇ ਕਿਵੇਂ ਬਿਠਾਇਆ ਜਾਵੇ, ਜਹੰਦਰ ਸ਼ਾਹ ਨੂੰ ਕਿਵੇਂ ਹਰਾਉਣਾ। ਸੋ ਇਹ ਦੋ ਨਾਮ ਵੀ ਪੇਪਰ ਚ ਆ ਜਾਂਦੇ ਨੇ। ਤੇ ਇਸ ਟਾਈਪ ਦੇ ਕੁਐਸਚਨਸ ਜਿਹੜੇ ਡੀਪ ਕਈ ਵਾਰੀ ਆਉਂਦੇ ਨੇ, ਪੀਪੀਐਸਸੀ ਦੇ ਪੇਪਰਾਂ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੇ ਨੇ। ਸੋ ਇਹ ਜਿੰਨੀ ਵੀ ਮਾਡਰਨ ਹਿਸਟਰੀ ਹੈ ਆਪਾਂ ਪੂਰੀ ਬਰੀਕੀ ਚ ਕਰਾਂਗੇ ਸੋ ਦੈਟ ਆਪਣਾ ਕੋਈ ਵੀ ਇੰਪੋਰਟੈਂਟ ਪੁਆਇੰਟ ਨਾ ਛੁੱਟੇ। ਪਰ ਫਾਰੂਕ ਸਿਆਰ ਨੂੰ 1719 ਵਿੱਚ ਇਹੀ ਦੋ ਸੈਯਦ ਬ੍ਰਦਰਸ ਦੇ ਹੱਥੋਂ ਮੌਤ ਮਿਲੀ। ਇਹਨਾਂ ਨੇ ਧੋਖਾ ਕੀਤਾ, ਬਿਟਰੇ ਕੀਤਾ। ਫਾਰੂਕ ਸਿਆਰ ਵਾਸ ਕਿਲਡ ਇਨ 1719 ਬਾਈ ਸੈਯਦ ਬ੍ਰਦਰ ਤੇ ਮੁਹੰਮਦ ਸ਼ਾਹ ਬਣ ਗਏ ਭਾਰਤ ਦੇ ਨਵੇਂ ਐਮਪਰਰ। ਸੈਯਦ ਬ੍ਰਦਰਸ ਨੇ ਇੱਕ ਅਗਰੀਮੈਂਟ ਕਰ ਲਿਆ ਕਿੰਗ ਸ਼ਾਹੂ ਦੇ ਨਾਲ, ਉਹਨੂੰ ਸਵਰਾਜ ਦੇ ਕੇ ਸ਼ਿਵਾਜੀ ਦਾ, ਤੇ ਨਾਲ ਹੀ ਰਾਈਟ ਟੂ ਕਲੈਕਟ ਚੌਥ ਜਿਹੜਾ ਮੈਂ ਤੁਹਾਨੂੰ ਟੈਕਸ ਪਿੱਛੇ ਸਮਝਾਇਆ। ਨਿਜ਼ਾਮ ਉਲ ਮੁਲਕ ਤੇ ਮੁਹੰਮਦ ਸ਼ਾਹ, ਇਹਨਾਂ ਫਿਰ ਦੋਨਾਂ ਨੇ ਮਿਲ ਕੇ ਸੈਯਦ ਬ੍ਰਦਰਸ ਨੂੰ ਮਾਰਤਾ। ਸੋ ਤੁਸੀਂ ਇਸ ਸਟੋਰੀ ਨੂੰ ਸਮਝੋ ਕਿ ਕਿਵੇਂ ਪਹਿਲਾਂ ਸੈਯਦ ਬ੍ਰਦਰਸ ਨੇ ਧੋਖਾ ਦਿੱਤਾ ਫਾਰੂਕ ਸਿਆਰ ਨੂੰ, ਫਿਰ ਉਹੀ ਧੋਖਾ ਗੱਦੀ ਦੇ ਲਾਲਚ ਵਿੱਚ ਇਹਨਾਂ ਦੋਨਾਂ ਨੂੰ ਮਿਲਿਆ। ਨਿਜ਼ਾਮ ਉਲ ਮੁਲਕ ਤੇ ਮੁਹੰਮਦ ਸ਼ਾਹ ਨੇ ਮਿਲ ਕੇ ਸੈਯਦ ਬ੍ਰਦਰਸ ਨੂੰ ਮਾਰਤਾ। ਕਿਉਂਕਿ ਸੈਯਦ ਬ੍ਰਦਰਸ ਦਾ ਦਿਮਾਗ ਬਹੁਤ ਤੇਜ਼ ਸੀ, ਇਹ ਕਨਸਪੀਰੇਸੀਜ਼ ਬਹੁਤ ਜ਼ਿਆਦਾ ਰਚਦੇ ਸੀ, ਛੜਯੰਤਰ ਬਹੁਤ ਰਚਦੇ ਸੀ, ਇਸ ਲਈ ਨਿਜ਼ਾਮ ਉਲ ਮੁਲਕ ਤੇ ਮੁਹੰਮਦ ਸ਼ਾਹ ਨੇ ਵੀ ਜਦੋਂ ਆਪਣਾ ਮਤਲਬ ਕੱਢ ਲਿਆ ਫਿਰ ਸੈਯਦ ਬ੍ਰਦਰਸ ਨੂੰ ਆਪਣੇ ਰਾਸਤੇ ਤੋਂ ਹਟਾਤਾ। ਮੁਹੰਮਦ ਸ਼ਾਹ ਸੀ ਜਿਹੜੇ, ਉਹ ਬਹੁਤ ਹੀ ਫਿਕਲ ਮਾਈਂਡਡ ਸੀ, ਆਪਣਾ ਬਾਰ-ਬਾਰ ਵਿਚਾਰ ਬਦਲਦੇ ਰਹਿੰਦੇ ਸੀ, ਉਹ ਆਪਣੇ ਕਿਸੇ ਤੇ ਜਲਦੀ ਭਰੋਸਾ ਨਹੀਂ ਸੀ ਕਰਦੇ। ਸੋ ਉਹਨਾਂ ਨੂੰ ਨਿਜ਼ਾਮ ਉਲ ਮੁਲਕ ਤੇ ਵੀ ਜ਼ਿਆਦਾ ਟਰਸਟ ਨਹੀਂ ਸੀ। ਨਿਜ਼ਾਮ ਉਲ ਮੁਲਕ ਮੁਹੰਮਦ ਸ਼ਾਹ ਦੇ ਵਜ਼ੀਰ ਸੀ। ਨਿਜ਼ਾਮ ਉਲ ਮੁਲਕ ਸਾਊਥ ਵਿੱਚ ਚਲੇ ਗਏ ਤੇ ਉੱਥੇ ਇਹਨਾਂ ਨੇ ਹੈਦਰਾਬਾਦ ਸਟੇਟ ਦੀ ਫਾਰਮੇਸ਼ਨ ਕੀਤੀ ਡੈਕਨ ਵਿੱਚ 1724। ਸੋ ਦਿਸ ਇਜ਼ ਆਲਸੋ ਇੰਪੋਰਟੈਂਟ ਟੂ ਰਿਮੈਂਬਰ।
1739 ਚ ਨਾਦਰ ਸ਼ਾਹ ਜੋ ਪਰਸ਼ੀਆ ਦੇ ਕਿੰਗ ਸੀ ਉਹ ਭਾਰਤ ਵਿੱਚ ਆਏ। ਦਿੱਲੀ ਉਹਨਾਂ ਨੇ ਲੁੱਟੀ। ਕੋਹੀਨੂਰ ਹੀਰਾ ਲੈ ਗਏ। ਪੀਕੌਕ ਥ੍ਰੋਨ ਆਫ ਸ਼ਾਹਜਹਾਂ। ਸੋ ਇਹ ਵੀ ਇੰਪੋਰਟੈਂਟ ਹੈ, ਪੇਪਰ 'ਚ ਡਾਇਰੈਕਟਲੀ ਈਅਰ ਪੁੱਛਿਆ ਜਾਂਦਾ। ਸੋ ਨਾਦਰ ਸ਼ਾਹ ਨੇ ਇਨਵੇਡ ਕੀਤਾ ਇੰਡੀਆ 1739। ਨਾਦਰ ਸ਼ਾਹ ਤਾਂ ਹੀਰਾ ਲੈ ਕੇ ਭਾਰਤ ਚੋਂ ਚਲੇ ਗਏ ਵਾਪਿਸ, ਪਰ ਉਹਨਾਂ ਦਾ ਇੱਕ ਜਨਰਲ ਸੀ ਅਹਿਮਦ ਸ਼ਾਹ ਅਬਦਾਲੀ। 1748 ਤੋਂ 1767 ਉਹਨੇ ਐਜ਼ ਨਾਰਥ ਇੰਡੀਆ ਦੇ ਅੰਦਰ ਜਨਰਲ ਰੂਲ ਕੀਤਾ। ਤੀਜੀ ਪਾਣੀਪਤ ਦੀ ਬੈਟਲ ਜੋ 1761 ਵਿੱਚ ਹੋਈ, ਉੱਥੇ ਜੋ ਆਪਣੇ 17th ਸੈਂਚੁਰੀ ਦੇ ਇੱਕ ਮੁਗਲਸ ਤੋਂ ਬਾਅਦ ਸਟਰੋਂਗ ਰੂਲਰ ਰਹਿ ਗਏ ਸੀ ਮਰਾਠਾਸ। ਸੋ ਮਰਾਠਾਸ ਨੂੰ ਬੁਰੀ ਤਰ੍ਹਾਂ ਹਰਾਇਆ ਇਸ ਲੜਾਈ ਵਿੱਚ। ਸੋ ਉਰੇ ਹੁਣ ਆਪਾਂ ਨੂੰ ਇੱਕ ਸੀਕੁਐਂਸ ਸਮਝ ਆ ਗਿਆ ਕਿ ਕਿਵੇਂ ਮੁਗਲਸ ਦਾ ਨਾਸ਼ ਹੋਇਆ, ਸਾਰੇ ਇੰਪੋਰਟੈਂਟ ਰੂਲਰ ਚਲੇ ਗਏ, ਮੁਗਲ ਐਮਪਾਇਰ ਪੂਰੀ ਤਰ੍ਹਾਂ ਖਤਮ ਹੋ ਗਿਆ। ਭਾਰਤ ਦੇ ਕਿਸੇ ਪ੍ਰੋਵਿੰਸ ਵਿੱਚ ਉਹਦਾ ਕੋਈ ਰੂਲ ਨਹੀਂ ਰਿਹਾ। ਪ੍ਰੋਵਿੰਸਿਸ ਦੇ ਵਿੱਚ ਅਲੱਗ-ਅਲੱਗ ਇੰਡੀਪੈਂਡੈਂਟ ਸਟੇਟਸ ਖੜੀਆਂ ਹੋ ਗਈਆਂ, ਹੈਦਰਾਬਾਦ, ਬੰਗਾਲ, ਅਵਧ, ਪੰਜਾਬ। ਸੋ ਉਰੇ ਰੂਲਰ ਵੀ ਆਪਣੇ ਅਲੱਗ-ਅਲੱਗ ਸੀ। ਸ਼ਾਹ ਆਲਮ II who ascended the throne in 1759 ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗਿਆ। ਅੱਡ-ਅੱਡ ਨੇ ਸ਼ਾਹ ਆਲਮ II ਨੇ ਕੋਸ਼ਿਸ਼ ਕੀਤੀ, ਇਹ ਮੁਗਲ ਰੂਲਰ ਸੀ, ਕਿ ਮੈਂ ਹੈਦਰਾਬਾਦ, ਬੰਗਾਲ ਅੱਡ-ਅੱਡ ਰੂਲਰ ਜੇ ਕੋਈ ਵੀ ਮੇਰਾ ਸਾਥ ਦੇਵੇ ਤਾਂ ਮੈਂ ਉਹਦਾ ਸਾਥ ਲੈ ਸਕਾਂ ਤੇ ਆਪਣਾ ਕੰਟਰੋਲ ਬਰਕਰਾਰ ਰੱਖ ਸਕਾਂ। ਸੋ ਹੁਣ ਆਪਾਂ ਉਹ ਇੱਕ ਵਾਰੀ ਪੜ੍ਹ ਲੈਂਦੇ ਹਾਂ। ਸੋ ਸ਼ਾਹ ਆਲਮ II ਨੇ, ਆਪਾਂ ਨੂੰ ਪਤਾ ਹੈ ਜਿਹੜਾ 1759 ਦੇ ਪੂਰੇ ਸਮੇਂ ਦੀ ਗੱਲ ਕਰ ਰਹੇ ਹਾਂ, ਉਰੇ ਤੱਕ ਬ੍ਰਿਟਿਸ਼ਰਸ ਬਹੁਤ ਸਟਰੋਂਗਲੀ ਆਪਣੇ ਪੈਰ ਜਮਾ ਚੁੱਕੇ ਸੀ। ਭਾਰਤ ਦੇ ਅੰਦਰ ਸਿਰਫ ਥੋੜੀਆਂ ਬਹੁਤੀ ਸਟੇਟਸ ਬਚੀਆਂ ਸੀ ਜਿੱਥੇ ਇੰਡੀਪੈਂਡੈਂਟ ਰੂਲਰ ਰੂਲ ਕਰ ਰਹੇ ਸੀ। ਸੋ ਮੁਗਲ ਰੂਲਰ ਉੱਥੇ ਸ਼ਾਹ ਆਲਮ II ਹਜੇ ਬਚੇ ਹੋਏ ਸੀ। ਉਹਨਾਂ ਨੇ ਅਵਧ ਦੇ ਸ਼ੁਜਾਉਦੌਲਾ ਤੇ ਮੀਰ ਕਾਸਿਮ ਆਫ ਬੰਗਾਲ ਦੇ ਨਾਲ ਹੱਥ ਮਿਲਾਇਆ। ਈਸਟ ਇੰਡੀਆ ਕੰਪਨੀ ਦੇ ਖਿਲਾਫ ਇੱਕ ਯੁੱਧ ਦਾ ਐਲਾਨ ਕੀਤਾ, ਪਰ ਇਹਨਾਂ ਦੀ ਹਾਰ ਹੋ ਗਈ ਬੈਟਲ ਆਫ ਬਕਸਰ 1764 ਵਿੱਚ। He lived as a pensioner of East India Company in Allahabad according to Treaty of Allahabad in 1765. Very important. 1772 ਵਿੱਚ Shah Alam II left the British shelter and returned to Delhi under Maratha protection. ਮਰਾਠਾ ਦੀ ਮਦਦ ਲੈ ਕੇ, ਜਿਹੜਾ ਇਹ ਪੈਨਸ਼ਨਰ ਦੇ ਤੌਰ ਤੇ ਬ੍ਰਿਟਿਸ਼ ਦੇ ਸ਼ੈਲਟਰ ਅੰਦਰ ਰਹਿ ਰਹੇ ਸੀਗੇ, ਉਹਨਾਂ ਦੀ ਮਦਦ ਦੇ ਅੰਦਰ ਉਹਨੂੰ ਵੀ ਛੱਡਤਾ ਤੇ ਇਹ ਵਾਪਸ ਦਿੱਲੀ ਵੱਲ ਚਲੇ ਗਏ। ਮੁਗਲ ਡਾਇਨੈਸਟੀ ਪੂਰੀ ਤਰ੍ਹਾਂ 1857 ਵਿੱਚ ਖਤਮ ਹੋ ਗਈ ਕੰਪਲੀਟਲੀ। ਜਿਹੜਾ ਇਹਨਾਂ ਦਾ ਲਾਸਟ ਐਮਪਰਰ ਸੀ ਬਹਾਦਰ ਸ਼ਾਹ II, ਰੰਗੂਨ ਭੇਜਿਆ ਗਿਆ ਐਗਜ਼ਾਈਲ ਦੇ ਵਿੱਚ ਬਰਮਾ ਆਫਟਰ ਦ ਸਪਰੈਸ਼ਨ ਆਫ ਰਿਵੋਲਟ ਆਫ 1857। ਉਸ ਤੋਂ ਬਾਅਦ 1862 ਵਿੱਚ 87 ਸਾਲ ਦੀ ਉਮਰ ਵਿੱਚ ਬਹਾਦਰ ਸ਼ਾਹ II ਦੀ ਡੈਥ ਹੋ ਗਈ। ਸੋ ਰਿਵੋਲਟ ਆਫ 1857 ਇਹ ਵੀ ਆਪਾਂ ਮਾਡਰਨ ਇੰਡੀਆ ਹਿਸਟਰੀ ਦੇ ਅੰਦਰ ਪੂਰੀ ਡਿਟੇਲ 'ਚ ਦੇਖਾਂਗੇ। ਸੋ 1857 ਵਾਲੀ ਜਿਹੜੀ ਰਿਵੋਲਟ ਸੀ ਉਹਦੇ ਨਾਲ ਬਿਲਕੁਲ ਜਿਹੜਾ ਲਾਸਟ ਐਮਪਰਰ ਵੀ ਸੀ ਮੁਗਲ ਐਮਪਾਇਰ ਦਾ ਬਹਾਦਰ ਸ਼ਾਹ II, ਬਹਾਦਰ ਸ਼ਾਹ ਜ਼ਫਰ, ਇਹਨਾਂ ਦੀ ਵੀ ਡੈਥ ਹੋ ਗਈ। ਸੋ ਇਹ ਸੀ ਸਾਰਾ ਆਪਣਾ ਡਿਕਲਾਈਨ ਆਫ ਮੁਗਲ ਰੂਲ ਦਾ ਟੌਪਿਕ। ਸੋ ਹੁਣ ਆਪਾਂ ਕੁਝ ਅਲੱਗ-ਅਲੱਗ ਰਾਜਪੂਤ, ਜਾਟਸ, ਰੋਹਿਲਖੰਡ ਇਹਨਾਂ ਦੇ ਨਾਲ ਰਿਲੇਟਡ ਇੰਪੋਰਟੈਂਟ ਰੂਲਰਸ ਦੀ ਗੱਲ ਕਰਾਂਗੇ ਤੇ ਉਹਨਾਂ ਦੀ ਜੇ ਕੋਈ ਇੰਪੋਰਟੈਂਟ ਪਾਲਿਸੀ ਹੈ, ਕੋਈ ਵਰਕ ਹੈ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੇ ਇੰਪੋਰਟੈਂਟ ਹੈ, ਉਹ ਸਾਰੀਆਂ ਚੀਜ਼ਾਂ ਇੱਕ ਵਾਰੀ ਆਪਾਂ ਸ਼ਾਰਟ ਵਿੱਚ ਉਰੇ ਦੇਖ ਲੈਂਦੇ ਹਾਂ। ਅਜੀਤ ਸਿੰਘ ਰਾਜਪੂਤ ਰੂਲਰ ਸੀ ਮਰਵਾੜ ਦੇ, ਤੇ ਇਹਨਾਂ ਨੂੰ ਇਹਨਾਂ ਦੇ ਖੁਦ ਦੇ ਬੇਟੇ ਨੇ ਹੀ ਮਾਰਿਆ ਸੀ। ਰਾਜਾ ਸਵੈ ਜੈ ਸਿੰਘ ਅੰਬੇਰ ਦੇ ਇੱਕ ਬਹੁਤ ਹੀ ਜ਼ਿਆਦਾ ਡਿਸਟਿੰਗੁਇਸ਼ਡ ਸਟੇਟਸਮੈਨ ਸੀ। ਜੈਪੁਰ ਸਿਟੀ ਦੀ ਫਾਊਂਡੇਸ਼ਨ ਇਹਨਾਂ ਨੇ ਰੱਖੀ ਸੀ। ਨਾਲ ਹੀ ਜੈਪੁਰ ਨੂੰ ਇਹਨਾਂ ਨੇ ਸਾਇੰਸ ਤੇ ਆਰਟ ਦੀ ਇੱਕ ਬਹੁਤ ਵੱਡੀ ਗੱਦੀ ਦੇ ਤੌਰ ਤੇ ਪੇਸ਼ ਕੀਤਾ। ਜੈ ਸਿੰਘ ਇੱਕ ਗ੍ਰੇਟ ਐਸਟਰੋਨੋਮਰ ਸੀ। ਉਹਨਾਂ ਨੇ ਬਹੁਤ ਸਾਰੀਆਂ ਆਬਜ਼ਰਵੇਟਰੀਜ਼ ਇਰੈਕਟ ਕਰਵਾਈਆਂ, ਤਿਆਰ ਕਰਵਾਈਆਂ, ਦਿੱਲੀ, ਜੈਪੁਰ, ਉਜੈਨ, ਵਾਰਾਣਸੀ, ਮਥੁਰਾ। He had Euclid's Elements of Geometry translated into Sanskrit. So Euclid ਦੀ Element of Geometry ਇਸ ਵਰਕ ਨੂੰ ਸੰਸਕ੍ਰਿਤ ਵਿੱਚ ਟ੍ਰਾਂਸਲੇਟ ਕਰਵਾਇਆ। ਇਹ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਫੈਕਟ ਹੈ। And Napier's work on the construction and use of logarithm. So ਇਹਦੇ ਤੋਂ ਆਪਾਂ ਨੂੰ ਪਤਾ ਚੱਲ ਸਕਦਾ ਹੈ ਕਿ ਸਾਇੰਸ ਦੇ ਨਾਲ ਇਹਨਾਂ ਦੀ ਕਿੰਨੀ ਜ਼ਿਆਦਾ ਦਿਲਚਸਪੀ ਸੀ। ਸੋ ਰਾਜਾ ਸਵੈ ਜੈ ਸਿੰਘ। Jats were the caste of agriculturists live in the area around Delhi, Agra, Mathura. So ਇਸ ਏਰੀਆ ਦੇ ਅਰਾਊਂਡ ਜਿਹੜੇ ਐਗਰੀਕਲਚਰਿਸਟ ਰਹਿੰਦੇ ਸੀ ਉਹਨਾਂ ਨੂੰ ਜਾਟਸ ਦਾ ਨਾਮ ਦਿੱਤਾ ਗਿਆ। ਜਾਟ ਸਟੇਟ ਆਫ ਭਰਤਪੁਰ was set by ਚੁਰਾਮਨ and ਬਦਨ ਸਿੰਘ। ਇਹ ਦੋ ਜਾਣਿਆਂ ਨੇ ਭਰਤਪੁਰ ਸਟੇਟ ਜਿਹੜੀ ਜਾਟ ਸਟੇਟ ਸੀ ਉਹਨੂੰ ਸੈਟਅਪ ਕੀਤਾ। ਜਾਟ ਪਾਵਰ
ने अपनी पूरी ग्लोरी हासिल की, पूरी टॉप ते ਇਹ ਗਏ ਸੀ ਜਦੋਂ ਇਹਨਾਂ ਦੇ ਹੈਡ ਸੀ ਸੂਰਜਮਲ। ਸੂਰਜਮਲ ਨੇ 1756 ਤੋਂ ਲੈ ਕੇ 63 ਤੱਕ ਰੂਲ ਕੀਤਾ। ਸੋ ਜਾਟ ਰੂਲ ਦੀ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਰੂਲਰ ਨੇ ਸੂਰਜਮਲ, ਇਹ ਨਾਮ ਤੁਸੀਂ ਯਾਦ ਰੱਖਣਾ ਹੈ। ਫਿਰ ਰੋਹਿਲਖੰਡ, ਅਲੀ ਮੁਹੰਮਦ ਖਾਨ ਇਹਨੇ ਇੱਕ ਅਲੱਗ ਤੋਂ ਸੈਪਰੇਟ ਪ੍ਰਿੰਸਪੈਲਿਟੀ ਕਾਰਵ ਆਊਟ ਕੀਤੀ। Following the fall of Mughal control over after the invasion of ਨਾਦਿਰ ਸ਼ਾਹ, ਨਾਦਿਰ ਸ਼ਾਹ ਨੇ ਜਦੋਂ 1739 ਦੇ ਵਿੱਚ ਦਿੱਲੀ ਨੂੰ ਲੁੱਟਿਆ, ਭਾਰਤ ਦੇ ਅੰਦਰ ਆਏ, ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਕਿੰਨੀ ਬੁਰੀ ਤਰ੍ਹਾਂ ਮੁਗਲ ਰੂਲ ਸਾਰਾ ਦਾ ਸਾਰਾ ਤਬਾਹ ਹੋ ਗਿਆ ਸੀ। ਸੋ ਅਲੀ ਮੁਹੰਮਦ ਖਾਨ ਨੇ ਅਲੱਗ ਤੋਂ ਇੱਕ ਆਪਣੀ ਪ੍ਰਿੰਸਪੈਲਿਟੀ ਤਿਆਰ ਕਰ ਲਈ ਸੀ, ਰੋਹਿਲਖੰਡ। ਇੱਕ ਹੋਰ ਕਮਿਊਨਿਟੀ ਹੈ ਹਿਸਟਰੀ ਦੀ, ਮਾਡਰਨ ਇੰਡੀਆ ਹਿਸਟਰੀ ਦੀ, ਸਿੱਖ। Founded by Guru Nanak Dev Ji in the end of 15th century, Sikh religion spread among the Jat peasantry and other lower caste of Punjab. So ਇਹ ਪੰਜਾਬ ਨਾਲ ਰਿਲੇਟਡ ਹੈ। ਸੋ ਹੁਣ ਆਪਾਂ one by one ਸਿੱਖ ਗੁਰੂਸ ਪੜ੍ਹ ਲੈਂਦੇ ਹਾਂ। ਫਰਸਟ ਗੁਰੂ ਨਾਨਕ ਟਾਈਮ ਪੀਰੀਅਡ ਤੇ ਨਾਲ ਇਹਨਾਂ ਦੇ ਇੰਪੋਰਟੈਂਟ ਵਰਕਸ ਵੈਸੇ ਇਹ ਸਾਰਾ ਟੌਪਿਕ ਪੰਜਾਬ ਜੀਕੇ ਦੇ ਅੰਦਰ ਆਪਾਂ ਅਲੱਗ ਤੋਂ ਡਿਟੇਲ ਚ ਕਵਰ ਕਰਨਾ ਹੈ ਪੂਰਾ ਸਿੱਖੀਜ਼ਮ ਬਾਰੇ, ਪਰ ਉਰੇ ਤੁਸੀਂ ਮਾਡਰਨ ਇੰਡੀਆ ਹਿਸਟਰੀ ਦੇ ਅੰਦਰ ਜੋ ਸਿਰਫ ਇੰਪੋਰਟੈਂਟ ਫੈਕਟ ਨੇ ਉਹ ਦੇਖ ਲਓ। ਸਿੱਖੀਜ਼ਮ ਦੀ ਫਾਊਂਡੇਸ਼ਨ ਸਟਾਰਟਡ ਗੁਰੂ ਕਾ ਲੰਗਰ, ਸੈਕਿੰਡ ਗੁਰੂ ਅੰਗਦ started Gurmukhi script. Guru Amar Das advocated many social reform prevalent at that time, ਜਿਵੇਂ ਸਤੀ, ਪਰਦਾ etc. Guru Ramdas Ji, Guru Arjan Dev compiled Guru Granth Sahib, tortured and executed by Mughal Emperor Jahangir। ਇਹ question ਬਾਰ-ਬਾਰ ਪੇਪਰ 'ਚ ਪੁੱਛਿਆ ਜਾਂਦਾ ਹੈ। Which Sikh Guru was tortured and executed by Mughal Emperor Jahangir? So the answer is Guru Arjan। Guru Har Gobind started the transformation of Sikh into a militant organization। ਇਹ recently ਇੱਕ ਪੰਜਾਬ ਦੇ ਪੇਪਰ 'ਚ question ਆਇਆ ਸੀ। This is again very very important। Guru Har Rai waged war against Shah Jahan Aurangzeb। ਇਹਨਾਂ ਨੇ ਦਾਰਾ ਸ਼ਿਖੋ ਨੂੰ ਸ਼ੈਲਟਰ ਦਿੱਤਾ ਤੇ ਔਰੰਗਜ਼ੇਬ ਦੇ ਦੁਆਰਾ ਪਰਸੀਕਿਊਟ ਕੀਤੇ ਗਏ। Guru Har Krishan, Guru Tegh Bahadur tortured and executed by order of Aurangzeb। ਇਹ ਵੀ important point ਹੈ exam ਲਈ। 10th Guru, Guru Gobind Singh Ji, under him the Sikh became political and military force। ਖਾਲਸਾ ਪੰਥ ਦੀ ਸਥਾਪਨਾ ਕੀਤੀ 1699। pass the guruship of Sikh to Guru Granth Sahib। ਆਦ ਗ੍ਰੰਥ ਬਾਰੇ ਆਪਾਂ ਅਲੱਗ ਤੋਂ ਪੰਜਾਬ ਜੀਕੇ ਦੇ ਅੰਦਰ ਪੜਾਂਗੇ। ਸੋ ਉਰੇ ਤੁਸੀਂ ਸਿੰਪਲੀ ਇਹ ਸਮਝ ਲਓ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂਸ਼ਿਪ ਚਲੇਗੀ ਸਿੱਖਸ ਦੀ ਗੁਰੂ ਗ੍ਰੰਥ ਸਾਹਿਬ ਜੀ ਕੋਲ। 1699 ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਲਗਾਤਾਰ ਮੁਗਲ ਰੂਲ ਦੇ ਅਗੇਂਸਟ ਲੜਾਈ ਲੜੀ। But after the death of Aurangzeb in 1707, joined Bahadur Shah's camp as a noble of the rank of 5000 ਸਵਰ। ਸੋ ਇਹ ਆਪਾਂ ਪਹਿਲਾਂ ਸਟਾਰਟਿੰਗ ਵਿੱਚ ਵੀ ਪੜ ਚੁੱਕੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬਹਾਦਰ ਸ਼ਾਹ ਨੇ ਇੱਕ ਵਧੀਆ ਮਨਸਬ ਦਿੱਤਾ, ਰੈਂਕ ਦਿੱਤਾ, ਪੋਜੀਸ਼ਨ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮੁਗਲ ਦੇ ਅਗੇਂਸਟ ਲੜਾਈ ਲੜੀ ਬੰਦਾ ਬਹਾਦਰ ਜੀ ਨੇ, ਪਰ ਬੰਦਾ ਬਹਾਦਰ was captured put to death in 1715 ਜਦੋਂ ਫਾਰੂਕ ਸਿਆਰ ਮੁਗਲ ਐਮਪਰਰ ਸੀ। ਇਹ ਪੁਆਇੰਟ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਫਟਰ ਦ ਡਿਪਾਰਚਰ ਆਫ ਅਹਿਮਦ ਸ਼ਾਹ ਅਬਦਾਲੀ, ਜਦੋਂ ਭਾਰਤ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਲੁੱਟ ਕੇ ਵਾਪਸ ਚਲੇ ਗਏ, ਕੋਹਿਨੂਰ ਹੀਰਾ ਲੈ ਕੇ ਵਾਪਸ ਚਲੇ ਗਏ। ਦ ਸਿਕਸ ਫਿਲਡ ਦ ਪੋਲੀਟੀਕਲ ਵੈਕਿਊਮ। 1765 ਤੋਂ 1800 ਤੱਕ ਪੰਜਾਬ ਤੇ ਜੰਮੂ ਵਾਲਾ ਜਿਹੜਾ ਏਰੀਆ ਸੀ ਉਰੇ ਸਿੱਖਸ ਨੇ ਕਾਫੀ ਜ਼ਿਆਦਾ ਵੱਡੇ ਕੰਟਰੋਲ ਹਾਸਿਲ ਕੀਤਾ। ਕਾਫੀ ਪਾਵਰਫੁਲ ਸਿੱਖ ਰੂਲਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਐਮਰਜ ਹੋਏ। ਸਿੱਖ 12 ਕਨਫੈਡਰੇਸੀ ਮਿਸਲਸ ਦੇ ਵਿੱਚ ਵੰਡੇ ਗਏ। ਇਹ ਸਿੱਖ ਮਿਸਲਸ ਵੀ ਆਪਾਂ ਪੰਜਾਬ ਜੀਕੇ ਦੇ ਅੰਦਰ ਪੂਰੀ ਡਿਟੇਲ ਚ ਟੌਪਿਕ ਕਰਾਂਗੇ ਤੇ ਇਹਦੇ ਵਿੱਚੋਂ ਕੋਈ ਵੀ ਪੇਪਰ ਚੱਕ ਲਓ, ਡੈਫੀਨੇਟਲੀ ਇੱਕ ਕੁਐਸਚਨ ਆਉਂਦਾ ਹੀ ਆਉਂਦਾ ਹੈ ਕਿ ਕਿਹੜੀਆਂ-ਕਿਹੜੀਆਂ ਸਿੱਖ ਮਿਸਲਸ ਨੇ। ਸੋ ਜਿਵੇਂ ਸ਼ੁਕਰ ਚੱਕਰੀਆ ਮਿਸਲ ਹੋ ਗਈ ਜਿਹਦੇ ਤੋਂ ਮਹਾਰਾਜਾ ਰਣਜੀਤ ਸਿੰਘ ਬਿਲੋਂਗ। ਸੋ ਹੁਣ ਇੱਕ ਵਾਰੀ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਇੰਪੋਰਟੈਂਟ ਫੈਕਟਸ ਦੇਖ ਲੈਂਦੇ ਹਾਂ ਜੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। 18ਵੀਂ ਸੈਂਚੁਰੀ ਦੇ ਐਂਡ ਵਿੱਚ ਰਣਜੀਤ ਸਿੰਘ ਦ ਚੀਫ ਆਫ ਸ਼ੁਕਰ ਚੱਕਰੀਆ ਮਿਸਲ rose to prominence। ਬਹੁਤ ਸਟਰੋਂਗਲੀ ਸਟੈਂਡ ਕੀਤਾ ਇਹਨਾਂ ਨੇ। ਸਿੱਖ ਰੂਲਰ ਦੇ one of the most important leader ਮੰਨਿਆ ਜਾਂਦਾ ਹੈ, ਰੂਲਰ ਮੰਨਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ ਲਾਹੌਰ ਨੂੰ ਆਪਣੇ ਕੰਟਰੋਲ 'ਚ ਕਰ ਲਿਆ, 1802 'ਚ ਅੰਮ੍ਰਿਤਸਰ।
ਇਹ ਦੋ ਡੇਟਸ ਪੇਪਰ ਲਈ ਬਹੁਤ ਇੰਪੋਰਟੈਂਟ ਹੈ, ਬਾਰ-ਬਾਰ ਇਹਨਾਂ ਉੱਤੇ ਕੁਐਸਚਨ ਆਉਂਦਾ। built up a powerful army comprising not only Sikh but Bihari, Udiya, Gurkha, ਅਲੱਗ-ਅਲੱਗ ਵਰਗਾਂ ਦੇ ਅਲੱਗ-ਅਲੱਗ ਕਮਿਊਨਿਟੀ ਦੇ ਲੋਕਾਂ ਨੂੰ ਆਪਣੀ ਆਰਮੀ ਚ ਐਡ ਕੀਤਾ। ਹਰ ਧਰਮ ਦੇ ਲਈ ਇਹ ਬਿਲਕੁਲ ਹੀ ਟੋਲਰੈਂਟ ਸੀ, ਪੀਸਫੁਲ ਸੀ, ਹਰ ਕਿਸੇ ਨੂੰ ਇੱਕ ਨਜ਼ਰ ਨਾਲ ਦੇਖਦੇ ਸੀ। ਪੋਪੂਲਰਲੀ ਇਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਸੀ। ਹਰਿਮੰਦਰ ਸਾਹਿਬ ਦੀ ਵੀ ਰੈਨੋਵੇਸ਼ਨ ਕਰਵਾਈ, ਬਿਲਡ ਕੀਤਾ। ਨਾਲ ਹੀ ਜਿਹੜਾ ਕੋਹੀਨੂਰ ਹੀਰਾ ਆਪਣੇ ਤੋਂ ਪਰਸ਼ੀਅਨ ਰੂਲਰ ਲੈ ਗਏ ਸੀ, ਨਾਦਿਰ ਸ਼ਾਹ ਲੈ ਗਿਆ ਸੀ, ਉਹਨੂੰ ਵਾਪਿਸ ਲਿਆ। took possession of Kohinoor from Shuja Shah Durrani of Afghanistan, very important। 1809 ਚ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਾਲ ਇੱਕ ਅਗਰੀਮੈਂਟ ਸਾਈਨ ਕੀਤਾ, ਟ੍ਰੀਟੀ ਆਫ ਅੰਮ੍ਰਿਤਸਰ। ਇਹਦੀ ਡੇਟ ਪੇਪਰ ਚ ਬਾਰ-ਬਾਰ ਪੁੱਛੀ ਜਾਂਦੀ ਹੈ। ਰਣਜੀਤ ਸਿੰਘ ਕੋਈ ਡਾਇਰੈਕਟਲੀ ਬ੍ਰਿਟਿਸ਼ਰਸ ਦੇ ਨਾਲ ਕਿਸੇ ਲੜਾਈ ਚ ਨਹੀਂ ਆਏ, ਪਰ ਉਹਨਾਂ ਨੇ ਬਾਅਦ ਵਿੱਚੋਂ ਜਦੋਂ ਸਕਸੈਸਰ ਸੀ, ਇਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਰਣਜੀਤ ਸਿੰਘ ਦੀ, ਬਾਅਦ ਵਿੱਚ ਜਦੋਂ ਸਨ ਸੀ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਬ੍ਰਿਟਿਸ਼ ਦੇ ਖੌਫ ਤੋਂ ਨਾ ਬਚਾ ਸਕੇ। He did not save the empire altogether because foreign threat remained। ਬ੍ਰਿਟਿਸ਼ ਦਾ ਡਰ ਹਰ ਸਮੇਂ ਰਹਿੰਦਾ ਸੀ ਕਿ ਕਦੇ ਵੀ ਬ੍ਰਿਟਿਸ਼ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਅਨੈਕਸ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਪਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕਾਫੀ ਸਮੇਂ ਬਾਅਦ ਆਲਮੋਸਟ ਐਂਡ ਦੇ ਉੱਤੇ ਬ੍ਰਿਟਿਸ਼ ਕੰਟਰੋਲ ਚ ਆਇਆ, 1849। ਇਹ ਡੇਟ ਪੇਪਰ ਲਈ ਬਹੁਤ ਇੰਪੋਰਟੈਂਟ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਸਿੱਖ ਐਮਪਾਇਰ ਨੂੰ ਬ੍ਰਿਟਿਸ਼ ਅਨੈਕਸੇਸ਼ਨ ਤੋਂ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਸੋ ਹੁਣ ਨੈਕਸਟ ਮੈਂ ਇੱਕ ਕਲਿੱਪ ਚਲਾਉਣ ਜਾ ਰਹੀ ਹਾਂ। ਇਹ ਵੀਡੀਓ ਕਲਿੱਪ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਈਫ ਬਾਰੇ। ਗੋਬਿੰਦਗੜ੍ਹ ਫੋਰਟ ਵਿੱਚ ਇੱਕ 7D ਸ਼ੋ ਦਿਖਾਇਆ ਜਾਂਦਾ ਹੈ, ਜਿਹਦੇ ਵਿੱਚ ਇੱਕ ਕਲਿੱਪ ਚਲਾਉਂਦੇ ਨੇ। ਸੋ ਮੇਰਾ ਇਹ ਕਲਿੱਪਸ ਐਡ ਕਰਨ ਦਾ ਮਾਡਰਨ ਇੰਡੀਆ ਹਿਸਟਰੀ ਦੇ ਲੈਕਚਰ ਵਿੱਚ ਇੱਕ ਹੀ ਏਮ ਹੈ, ਕਿਉਂਕਿ ਕਾਫੀ ਵਾਰੀ ਸਟੂਡੈਂਟਸ ਨੂੰ ਹਿਸਟਰੀ ਬੋਰਿੰਗ ਲੱਗਦੀ ਹੈ, ਇੰਨੇ ਵੱਡੇ ਲੈਕਚਰ ਦੇ ਵਿੱਚੋਂ ਇੰਟਰਸਟ ਟੁੱਟ ਜਾਂਦਾ। ਸੋ ਤੁਹਾਡਾ ਇੰਟਰਸਟ ਬਣਿਆ ਰਵੇ, ਤੁਸੀਂ ਜਿਹੜੇ ਵੀ ਇੰਪੋਰਟੈਂਟ ਫੈਕਟਸ ਨੇ ਪੇਪਰ ਦੇ ਲਈ ਇੰਪੋਰਟੈਂਟ ਨੇ, ਉਹਨਾਂ ਨੂੰ ਪਿਕਚਰਾਈਜ਼ ਕਰਕੇ ਦੇਖ ਸਕੋ, ਆਪਣੇ ਦਿਮਾਗ 'ਚ ਬਿਠਾ ਸਕੋ। ਉਹਦੇ ਲਈ ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ, ਜਿੰਨੇ ਵੀ ਮਾਡਰਨ ਇੰਡੀਆ ਹਿਸਟਰੀ ਦੇ ਲੈਕਚਰ ਹੋਣਗੇ ਜਾਂ ਪੰਜਾਬ ਜੀਕੇ ਦੇ, ਉਹਨਾਂ ਨੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਆਸਾਨ ਤੇ ਇੰਟਰਸਟਿੰਗ ਵੇ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗੀ। ਸੋ ਹੁਣ ਆਪਾਂ ਵੀਡੀਓ ਕਲਿੱਪ ਦੇਖਦੇ ਹਾਂ ਔਨ ਦੀ ਲਾਈਫ ਆਫ ਮਹਾਰਾਜਾ ਰਣਜੀਤ ਸਿੰਘ। ਸੋ ਇਹ ਹੁਣ ਡੀਟੇਲਸ ਨੇ ਜਿਹੜੇ ਦੋ ਕੋਰਸ ਚੱਲ ਰਹੇ ਨੇ, ਇੱਕ ਹੈ PSSB ਕਲਰਕ ਗ੍ਰਾਮ ਸੇਵਕ ਦਾ, ਦੂਜਾ ਹੈ ਐਕਸਾਈਜ਼ ਤੇ ਟੈਕਸੇਸ਼ਨ ਇੰਸਪੈਕਟਰ ਦਾ ਕੋਰਸ। ਇਹ ਕੋਰਸ ਤੁਹਾਨੂੰ ਹਰ ਆਫੀਸਰ ਲੈਵਲ ਦੇ ਐਗਜ਼ਾਮ ਦੇ ਲਈ ਪ੍ਰਿਪੇਅਰ ਕਰੂਗਾ, ਤੇ ਜੇ ਬਾਈ ਚਾਂਸ ਸਿਲੇਬਸ ਦੇ ਵਿੱਚ ਕੋਈ ਨਵੀਂ ਐਡੀਸ਼ਨ ਹੁੰਦੀ ਹੈ,
ਉਹਦੇ ਲਈ ਤੁਹਾਨੂੰ ਨੋਟਸ, ਵੀਡੀਓ ਲੈਕਚਰ ਸਭ ਕੁਝ ਮਿਲੂਗਾ। ਨਾਲ ਹੀ ਇਹਨਾਂ ਦੋਨਾਂ ਕੋਰਸਿਸ ਦੇ ਨਾਲ ਤੁਹਾਨੂੰ ਫ੍ਰੀ ਮੌਕ ਟੈਸਟ ਵੀ ਦਿੱਤੇ ਜਾਣਗੇ ਬਿਫੋਰ ਐਗਜ਼ਾਮ। So the price of this course is rupees 1500 and of this is 3500। ਇੱਕ ਇੰਪੋਰਟੈਂਟ ਚੀਜ਼ ਉਰੇ ਮੈਂ ਸਟੂਡੈਂਟਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਹ 3500 ਵਾਲਾ ਕੋਰਸ ਖਰੀਦ ਰਹੇ ਹੋ, ਇਹਦੇ ਨਾਲ ਤੁਹਾਨੂੰ ਇਹ ਵਾਲਾ PSSS ਕਲਰਕ ਵਾਲਾ ਕੋਰਸ ਫ੍ਰੀ ਮਿਲ ਰਿਹਾ ਹੈ ਤੇ ਨਾਲ ਹੀ ਆਉਣ ਵਾਲੇ ਜਿੰਨੇ ਵੀ ਕੋਈ ਹੋਰ ਮੇਰੇ ਫਿਊਚਰ 'ਚ paid courses ਹੋਣਗੇ ਸਾਰੇ 100% free ਮਿਲਣਗੇ। So in order to buy any of these courses, you can send email on legalvictor02896@gmail.com। ਤੇ ਮੈਂ ਸਿਰਫ ਇੱਕ ਕੋਰਸ ਜੋ ਮਟੀਰੀਅਲ ਜਾਂ ਵੀਡੀਓ ਲੈਕਚਰ ਮੈਂਸ਼ਨ ਕੀਤੇ ਨੇ ਇਹੀ ਨਹੀਂ ਕਰਵਾ ਰਹੀ, ਇਸ ਤੋਂ ਇਲਾਵਾ ਮੈਂ ਆਪਣੇ ਵੱਲੋਂ ਟਰਾਈ ਕਰ ਰਹੀ ਹਾਂ ਕਿ ਜਿੰਨਾ ਜ਼ਿਆਦਾ ਹੋ ਸਕੇ ਤੁਹਾਨੂੰ ਪੇਪਰ ਦੇ ਲਈ ਬੈਸਟ ਤਰੀਕੇ ਨਾਲ ਤਿਆਰੀ ਕਰਵਾ ਸਕਾਂ। ਸੋ ਉਹਦੇ ਲਈ ਮੈਂ ਕੰਪਲੀਮੈਂਟਰੀ PDFs, ਦੈਨ ਪ੍ਰੈਕਟਿਸ ਐਕਸਰਸਾਈਜ਼ਸ ਸਭ ਕੁਝ ਟਾਈਮ ਟੂ ਟਾਈਮ ਜਿਹੜੇ ਪੇਡ ਗਰੁੱਪ ਬਣੇ ਹੋਏ ਨੇ ਟੈਲੀਗ੍ਰਾਮ ਉੱਤੇ ਉਹਨਾਂ 'ਚ ਸ਼ੇਅਰ ਕਰਦੀ ਰਹਿੰਦੀ ਹਾਂ। ਨਾਲ ਹੀ ਤੁਹਾਨੂੰ ਕਰੰਟ ਅਫੇਅਰ ਵੀ ਪੂਰੇ ਡੀਟੇਲ ਵੀ ਮਿਲ ਰਹੇ ਨੇ, MCQ ਵੀ। ਜਦੋਂ ਤੱਕ ਪੇਪਰ ਇਹ ਕੰਡਕਟ ਨਹੀਂ ਕਰਵਾਏ ਜਾਣਗੇ ਉਦੋਂ ਤੱਕ ਹਰ ਮੰਥ ਤੁਹਾਨੂੰ ਮੈਂ ਇਹ ਜਿਹੜੇ ਕੰਪਲੀਟ ਡੀਟੇਲਡ ਕਰੰਟ ਅਫੇਅਰ ਨੇ ਇਹ ਪ੍ਰੋਵਾਈਡ ਕਰਵਾਉਂਗੀ। ਸੋ ਜੋ ਜਿਵੇਂ ਹੁਣ ਨਾਇਬ ਤਹਿਸੀਲਦਾਰ ਪੇਪਰ ਹੋਇਆ ਸੀ ਉਹਦੇ 'ਚ ਅਰਾਊਂਡ 16 ਚੋਂ 15 ਕਰੰਟ ਅਫੇਅਰ ਡਾਇਰੈਕਟਲੀ ਡੀਟੇਲਡ ਕਰੰਟ ਅਫੇਅਰ ਵਾਲੇ ਨੋਟਸ ਨੇ ਉਹਦੇ 'ਚੋਂ ਆਏ ਸੀ। ਸੋ ਇਸ ਲਈ ਤੁਸੀਂ ਰੈਲੇਵੈਂਸ ਉਰੇ ਦੇਖ ਸਕਦੇ ਹੋ ਕਿ 95% ਤੋਂ ਜ਼ਿਆਦਾ ਜੇ ਤੁਹਾਨੂੰ ਪੇਪਰ ਕਿਸੇ ਮਟੀਰੀਅਲ 'ਚ ਕੁਐਸਚਨ ਆ ਰਹੇ ਨੇ ਤਾਂ ਉਹ ਮਟੀਰੀਅਲ ਤੁਹਾਡੇ ਲਈ ਕਿੰਨਾ ਜ਼ਿਆਦਾ ਟਰਸਟੇਬਲ ਤੇ ਰੈਲੇਵੈਂਟ ਹੋਊਗਾ। ਸੋ ਇਫ ਯੂ ਹੈਵ ਐਨੀ ਅਦਰ ਕਿਊਰੀ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਜਾਂ ਇੰਸਟਾਗ੍ਰਾਮ ਪੇਜ ਵਿਕਟਰਸ ਨੌਲੇਜ ਫੋਲੋ ਕਰਕੇ ਉੱਥੇ ਡਾਇਰੈਕਟ ਮੈਸੇਜ ਕਰ ਸਕਦੇ ਹੋ। ਸੋ ਇਹ ਸੀ ਅੱਜ ਦਾ ਆਪਣਾ ਡੈਮੋ ਲੈਕਚਰ। ਆਈ ਹੋਪ ਯੂ ਅੰਡਰਸਟੂਡ ਦ ਕਨਸੈਪਟ ਵੈਲ। ਕੀਪ ਸਪੋਰਟਿੰਗ ਵਿਕਟਰਸ ਨੌਲੇਜ। ਥੈਂਕ ਯੂ ਐਂਡ ਗੁੱਡ ਲੱਕ।